10 ਅਗਸਤ ਤੋਂ ਰੂਲਸ ਵਿੱਚ ਚੇਂਜਸ ਆ ਰਹੇ ਨੇ ਕੈਨੇਡਾ ਸਟੂਡੈਂਟ ਵੀਜ਼ਾ ਦੀ ਜੇ ਗੱਲ ਕਰੀਏ। ਸੋ ਬਹੁਤ ਸਟੂਡੈਂਟਸ ਨੇ ਜਿਨ੍ਹਾਂ ਦੇ ਯੂਨੀਵਰਸਿਟੀ ਦੇ ਵਿੱਚੋਂ ਆਫਰ ਲੈਟਰ ਆ ਗਈ ਹੈ, ਐਡਮਿਸ਼ਨ ਵੀ ਹੋ ਚੁੱਕੀ ਹੈ। ਉਹਨਾਂ ਨੂੰ ਹੁਣ ਇਹੀ ਡਰ ਹੈ ਉਹਨਾਂ ਦਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ, ਕਿਉਂਕਿ 5.5 ਬੈਂਡ ਦੇ ਵਿੱਚ ਪੋਸੀਬਲ ਹੈ ਕਿ ਨਹੀਂ। ਕਿਵੇਂ ਇਹ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। बेसिकली 10th अगस्त ऑनवर्ड तो ਜਿਹੜਾ ਕੈਨੇਡਾ ਹਾਈ ਕਮਿਸ਼ਨ ਨੇ ਅਪਡੇਟ ਕੀਤਾ ਕਿ ਜਿਹੜਾ ਪੀਟੀ ਹੈ ਉਹ 60 ਜਿਹੜਾ ਐਸਟੀਐਸ ਕੈਟਾਗਰੀ ਦੇ ਵਿੱਚ ਆ ਰਿਹਾ ਜੀ, ਔਰ ਆਈਲੈਟਸ ਜਿਹੜਾ ਓਵਰਆਲ 6 ਐਸਟੀਐਸ ਵਿੱਚ ਆ ਰਿਹਾ। ਓਕੇ, ਹੁਣ ਜਿਹੜਾ ਹਾਈ ਕਮਿਸ਼ਨ ਜਿਹੜਾ ਵੀਜ਼ਾ ਆਫੀਸਰ ਹੈ ਉਹ ਬੱਚੇ ਦੇ ਆਈਲੈਟਸ ਪੀਟੀ ਦੇ ਨਾਲ ਨਾਲ ਬੱਚੇ ਦੇ ਐਕੈਡੈਮਿਕ ਪ੍ਰੋਫਾਈਲ, ਬੱਚੇ ਦਾ ਕਾਲਜ, ਬੱਚੇ ਦਾ ਕੋਰਸ, ਇਹ ਸਾਰੀ ਚੀਜ਼ ਨੂੰ ਇਵੈਲੂਏਟ ਕਰੇਗਾ। ਓਕੇ, ਉਸ ਤੋਂ ਬਾਅਦ ਡਿਸਾਈਡ ਕਰੇਗਾ। ਹੁਣ ਅਗਰ ਆਪਾਂ ਇਹ ਕਹੀਏ ਕਿ ਹਰ ਇੱਕ ਮੋਡਿਊਲ 5.5 ਬੈਂਡ ਵਾਲੇ ਬੱਚੇ ਨੂੰ ਵੀਜ਼ਾ ਮਿਲੇਗਾ, ਨਹੀਂ, ਇਹ ਗਲਤ ਹੈ। अगर बच्चे के एकेडमिक चंगे हैं और अगर आईलेट स्कोर उनका लो है तो वीज़ा ऑफिसर वीज़ा दे सकता है। पर दूसरे पासे अगर बच्चे का एकेडमिक भी प्रोफाइल भी लो है, नाल बच्चे का आईलेट्स पीटी स्कोर भी लो है, उन्होंने वीज़ा चांसेस बहुत ज़्यादा घट है। तो बच्चे को ये नहीं कि मेरी एडमिशन होगी, मेरा वीज़ा हो गया, नहीं, अपनी प्रोफाइल सारे एफर्ट्स लगाने पैणगे जिस दे नाल वीज़ा लैन भी थोड़ी ईजी हो जाए। सर एक फाइलिंग ਦੇ ਵਿੱਚ ਐਸਓਪੀ ਦਾ ਕੀ ਮਤਲਬ ਹੁੰਦਾ, ਕਿੰਨਾ ਕਿ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਐਸਓਪੀ? देखो कैनेडा हाई कमीशन ही एसओपी सब तो इंपॉर्टेंट रोल अदा करती है, क्योंकि जी एसओपी है वो बेसिकली वीज़ा ऑफिसर ਨੂੰ ਤੁਹਾਡੀ ਪ੍ਰੋਫਾਈਲ ਬਾਰੇ ਦੱਸਦੀ ਹੈ, ਤੁਹਾਡਾ ਐਜੂਕੇਸ਼ਨ ਬੈਕਗ੍ਰਾਉਂਡ ਦੱਸਦੀ ਹੈ, ਤੁਸੀਂ ਜਿਹੜਾ ਕੋਰਸ ਲਿੱਤਾ ਉਹ ਕੋਰਸ ਕਿਉਂ ਚੂਜ਼ ਕੀਤਾ, ਤੁਸੀਂ ਇਹ ਕਾਲਜ ਚੂਜ਼ ਕਿਉਂ ਕੀਤਾ, ਤੁਹਾਨੂੰ ਇਹ ਕੋਰਸ ਕਰਕੇ ਕੀ ਬੈਨੀਫਿਟ ਹੈ, ਤੁਹਾਡੇ ਫਾਈਨੈਂਸ਼ੀਅਲਸ ਤੁਹਾਡੇ ਕਿਸ ਤਰ੍ਹਾਂ ਦੇ ਹੈ, ਤੁਹਾਡੇ ਕੋਲ ਫੰਡ ਦੀ ਰਿਕੁਆਇਰਮੈਂਟ ਕੀ ਹੈ, ਤੁਹਾਡੀ ਫੈਮਿਲੀ ਤੁਹਾਨੂੰ ਕਿੱਦਾਂ ਸਪੋਰਟ ਕਰੇਗੀ, ਇਹ ਸਾਰੀ ਚੀਜ਼ਾਂ ਐਸਓਪੀ ਦੇ ਵਿੱਚ ਮੈਂਸ਼ਨ ਹੈ। ਅਸੀਂ ਸੋਸ਼ਲ ਮੀਡੀਆ ਤੇ ਜ਼ਰੂਰ ਦੇਖ ਰਹੇ ਹਾਂ ਕਿ ਵਿਦਆਊਟ ਜੀਆਈਸੀ ਵੀਜ਼ਾ ਕਹਿ ਰਹੇ ਹਨ, ਬਟ ਉਹ ਕੀ ਕਰ ਰਹੇ ਆ, ਉਹ ਬੱਚਿਆਂ ਤੋਂ ਫੰਡਸ ਸ਼ੋਅ ਦੇ ਨਾਮ ਤੇ ਪੈਸੇ ਲੈ ਰਹੇ ਹਨ ਔਰ ਜੀਆਈਸੀ ਪੇ ਨਹੀਂ ਕਰ ਰਹੇ। ਬੱਚੇ ਨੂੰ ਚਾਹੀਦਾ ਕਿ ਆਪਣੀ 1 ਸਾਲ ਦੀ ਪੂਰੀ ਟਿਊਸ਼ਨ ਫੀਸ ਆਪ ਪੇ ਕਰਨ, ਆਪਣਾ ਜੀਆਈਸੀ ਕੈਨੇਡਾ ਵਿੱਚ ਆਪ ਪੇ ਕਰਨ, ਉਸ ਤੋਂ ਬਾਅਦ ਵੀਜ਼ਾ ਅਪਲਾਈ ਕਰਨ ਤਾਂ ਕਿ ਉਹਨੂੰ ਵੀਜ਼ਾ ਵਿੱਚ ਦਿੱਕਤ ਨਾ ਆਵੇ। ਵੀਜ਼ਾ ਕਾਲਜ ਦੇ ਵੀ ਆ ਰਹੇ, ਯੂਨੀਵਰਸਿਟੀ ਦੇ ਵੀ ਆ ਰਹੇ। ਹੁਣ ਇਹ ਡਿਪੈਂਡ ਕਰਦਾ ਪ੍ਰੋਫਾਈਲ ਦੇ ਉੱਪਰ। ਅਸੀਂ ਪ੍ਰੋਫਾਈਲ ਨੂੰ ਦੇਖ ਕੇ ਬੱਚੇ ਨੂੰ ਦੱਸ ਦਿੰਦੇ ਕਿ ਬੱਚੇ ਨੂੰ ਕਾਲਜ ਅਪਲਾਈ ਕਰਨਾ ਚਾਹੀਦਾ ਹੈ ਕਿ ਯੂਨੀਵਰਸਿਟੀ, ਤਾਂ ਉਹ ਡਿਪੈਂਡ ਕਰਦਾ ਬੱਚੇ ਦੀ ਪ੍ਰੋਫਾਈਲ ਟੂ ਪ੍ਰੋਫਾਈਲ, ਉਸ ਤੋਂ ਬਾਅਦ ਡਿਸੀਜਨ ਲੈ ਸਕਦੇ। ਕੈਨੇਡਾ ਜਾਣ ਦਾ ਚਾਹਵਾਨ ਹਰ ਕੋਈ ਹੈ, ਪਰ ਜਿਸ ਤਰੀਕੇ ਦੇ ਨਾਲ ਕੈਨੇਡਾ ਸਰਕਾਰ ਵੱਲੋਂ ਟਾਈਮ ਟੂ ਟਾਈਮ ਚੇਂਜਸ ਕੀਤੇ ਜਾ ਰਹੇ ਨੇ, ਰੂਲਸ ਵਿੱਚ ਅਪਡੇਸ਼ਨਸ ਕੀਤੀਆਂ ਜਾ ਰਹੀਆਂ ਨੇ, ਬਹੁਤ ਲੋਕਾਂ ਦੇ ਮਾਈਂਡ ਵਿੱਚ ਡਾਊਟ ਹੈ ਕਿ 10 ਅਗਸਤ ਤੋਂ ਬਾਅਦ ਜਿਹੜੇ ਰੂਲ ਚੇਂਜ ਹੋਣ ਵਾਲੇ ਨੇ ਉਸ ਨਾਲ ਬਾਹਰ ਜਾਣਾ, ਖਾਸ ਕਰਕੇ ਕੈਨੇਡਾ ਜਾਣਾ ਹੋਰ ਵੀ ਔਖਾ ਹੋ ਜਾਵੇਗਾ। ਪਰ ਇਸ ਦੇ ਨਾਲ ਹੀ ਇਹ ਵੀ ਡਾਊਟ ਚੱਲ ਰਹੇ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਐਡਮਿਸ਼ਨਸ ਦੀਆਂ ਜਿਹੜੀਆਂ ਲੈਟਰਸ ਵੀ ਮਿਲ ਚੁੱਕੀਆਂ ਨੇ, ਆਫਰ ਲੈਟਰ ਵੀ ਆ ਚੁੱਕੀ ਹੈ, ਪਰ ਕੀ ਉਹਨਾਂ ਦੇ ਹੱਥ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ। ਇਸ ਗੱਲ ਦੇ ਡਾਊਟਸ ਹੈ ਜਿਹੜੇ ਬਹੁਤ ਲੋਕਾਂ ਦੇ ਮਾਈਂਡ ਵਿੱਚ ਚੱਲ ਰਹੇ ਨੇ। ਇਸੇ ਡਾਊਟਸ ਨੂੰ ਅੱਜ ਅਸੀਂ ਕਲੀਅਰ ਕਰਾਂਗੇ ਤੇ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਵਿਜ਼ਨ ਗਰੁੱਪ ਤੋਂ ਮਿਸਟਰ ਹਨੀਸ਼ ਉੱਪਲ ਜੀ, ਜਿਨ੍ਹਾਂ ਤੋਂ ਸਾਰੇ ਕੁਐਸਚਨਸ ਦੇ ਆਨਸਰ ਅਸੀਂ ਲਵਾਂਗੇ। ਹੈਲੋ ਸਰ, ਲੁਧਿਆਣਾ ਲਾਈਵ ਦੇ ਸਾਡੇ ਸ਼ੋਅ 'ਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਮੈਮ। ਸਰ ਬਹੁਤ ਲੋਕ ਨਾ ਇਸ ਗੱਲੋਂ ਕਨਫਿਊਜ਼ ਨੇ, ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ 10 ਅਗਸਤ ਤੋਂ ਰੂਲਸ ਵਿੱਚ ਚੇਂਜਸ ਆ ਰਹੇ ਨੇ ਕੈਨੇਡਾ ਸਟੂਡੈਂਟ ਵੀਜ਼ਾ ਦੀ ਜੇ ਗੱਲ ਕਰੀਏ। ਸੋ ਬਹੁਤ ਸਟੂਡੈਂਟਸ ਨੇ ਜਿਨ੍ਹਾਂ ਦੇ ਯੂਨੀਵਰਸਿਟੀ ਦੇ ਵਿੱਚੋਂ ਆਫਰ ਲੈਟਰ ਆ ਗਈ ਹੈ, ਐਡਮਿਸ਼ਨ ਵੀ ਹੋ ਚੁੱਕੀ ਹੈ। ਉਹਨਾਂ ਨੂੰ ਹੁਣ ਇਹੀ ਡਰ ਹੈ ਉਹਨਾਂ ਦਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ, ਕਿਉਂਕਿ 5.5 ਬੈਂਡ ਦੇ ਵਿੱਚ ਪੋਸੀਬਲ ਹੈ ਕਿ ਨਹੀਂ। ਕਿਵੇਂ ਇਹ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਮੈਮ ਦੇਖੋ ਕਿ ਬੇਸਿਕਲੀ 10th ਅਗਸਤ ਔਨਵਰਡ ਤੋਂ ਜਿਹੜਾ ਕੈਨੇਡਾ ਹਾਈ ਕਮਿਸ਼ਨ ਨੇ ਅਪਡੇਟ ਕੀਤਾ ਕਿ ਜਿਹੜਾ ਪੀਟੀ ਹੈ ਉਹ 60 ਜਿਹੜਾ ਐਸਟੀਐਸ ਕੈਟਾਗਰੀ ਦੇ ਵਿੱਚ ਆ ਰਿਹਾ ਜੀ, ਔਰ ਆਈਲੈਟਸ ਜਿਹੜਾ ਓਵਰਆਲ 6 ਐਸਟੀਐਸ ਵਿੱਚ ਆ ਰਿਹਾ। ਓਕੇ, ਹੁਣ ਜਿਹੜਾ ਹਾਈ ਕਮਿਸ਼ਨ ਜਿਹੜਾ ਵੀਜ਼ਾ ਆਫੀਸਰ ਹੈ ਉਹ ਬੱਚੇ ਦੇ ਆਈਲੈਟਸ ਪੀਟੀ ਦੇ ਨਾਲ ਨਾਲ ਬੱਚੇ ਦੇ ਐਕੈਡੈਮਿਕ ਪ੍ਰੋਫਾਈਲ, ਬੱਚੇ ਦਾ ਕਾਲਜ, ਬੱਚੇ ਦਾ ਕੋਰਸ, ਇਹ ਸਾਰੀ ਚੀਜ਼ ਨੂੰ ਇਵੈਲੂਏਟ ਕਰੇਗਾ। ਓਕੇ, ਉਸ ਤੋਂ ਬਾਅਦ ਡਿਸਾਈਡ ਕਰੇਗਾ। ਹੁਣ ਅਗਰ ਆਪਾਂ ਇਹ ਕਹੀਏ ਕਿ ਹਰ ਇੱਕ ਮੋਡਿਊਲ 5.5 ਬੈਂਡ ਵਾਲੇ ਬੱਚੇ ਨੂੰ ਵੀਜ਼ਾ ਮਿਲੇਗਾ, ਨਹੀਂ, ਇਹ ਗਲਤ ਹੈ। ਕਾਲਜ, ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲ ਜਾਂਦੀ ਹੈ ਉਹ ਜਸਟ ਬਿਕੋਜ਼ ਤੁਸੀਂ ਆਈਲੈਟਸ ਕਲੀਅਰ ਕੀਤਾ ਹੋਇਆ ਹੈ। ਓਕੇ, ਬੇਸਿਕ ਆਈਲੈਟਸ ਦੀ ਰਿਕੁਆਇਰਮੈਂਟ 6 ਨਾਟ ਲੈਸ ਦੈਨ 5.5 ਨਾਲ ਲੋਕ ਬੱਚੇ ਐਡਮਿਸ਼ਨ ਲੈ ਰਹੇ, ਉਹਨਾਂ ਦੀ ਆਫਰ ਲੈਟਰ ਵੀ ਆ ਰਹੀ ਹੈ। ਬਟ ਇਹ ਸਮਝਣਾ ਬਹੁਤ ਜ਼ਰੂਰੀ ਹੈ, ਐਡਮਿਸ਼ਨ ਦਾ ਮਤਲਬ ਇਹ ਨਹੀਂ ਕਿ ਵੀਜ਼ਾ ਹੈ। ਐਡਮਿਸ਼ਨ ਕਾਲਜ ਹਰ ਇੱਕ ਬੱਚੇ ਨੂੰ ਦੇ ਦਿੰਦਾ ਹੈ, ਹਰ ਇੱਕ ਬੱਚੇ ਨੂੰ ਕੰਡੀਸ਼ਨਲ ਔਰ ਅਨਕੰਡੀਸ਼ਨਲ ਦੋਨੋਂ ਆਫਰ ਲੈਟਰ ਰਿਲੀਜ਼ ਕਰ ਦਿੰਦਾ ਹੈ। ਹੁਣ ਡਿਪੈਂਡ ਕਰਦਾ ਹੈ ਵੀਜ਼ਾ ਆਫਿਸਰ ਦੇ ਉੱਪਰ। ਅਗਰ ਬੱਚੇ ਦੇ ਐਕੈਡੈਮਿਕ ਚੰਗੇ ਹੈ ਔਰ ਅਗਰ ਆਈਲੈਟ ਸਕੋਰ ਉਹਦਾ ਲੋ ਹੈ ਤਾਂ ਵੀਜ਼ਾ ਆਫਿਸਰ ਵੀਜ਼ਾ ਦੇ ਸਕਦਾ ਹੈ। ਪਰ ਦੂਸਰੇ ਪਾਸੇ ਅਗਰ ਬੱਚੇ ਦਾ ਐਕੈਡੈਮਿਕ ਵੀ ਪ੍ਰੋਫਾਈਲ ਵੀ ਲੋ ਹੈ, ਨਾਲ ਬੱਚੇ ਦਾ ਆਈਲੈਟਸ ਪੀਟੀ ਸਕੋਰ ਵੀ ਲੋ ਹੈ, ਉਹਨੂੰ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਘੱਟ ਹੈ। ਤਾਂ ਬੱਚਿਆਂ ਨੂੰ ਇਹ ਨਹੀਂ ਕਿ ਮੇਰੀ ਐਡਮਿਸ਼ਨ ਹੋ ਗਈ, ਮੇਰਾ ਵੀਜ਼ਾ ਹੋ ਗਿਆ, ਨਹੀਂ, ਆਪਣੀ ਪ੍ਰੋਫਾਈਲ ਸਾਰੇ ਐਫਰਟਸ ਲਗਾਉਣੇ ਪੈਣਗੇ ਜਿਸ ਦੇ ਨਾਲ ਉਹਨੂੰ ਵੀਜ਼ਾ ਲੈਣ ਵਿੱਚ ਥੋੜੀ ਈਜ਼ੀ ਹੋ ਜਾਏ। ਓਕੇ ਸਰ, ਇੱਕ ਫਾਈਲਿੰਗ ਦੇ ਵਿੱਚ ਐਸਓਪੀ ਦਾ ਕੀ ਮਤਲਬ ਹੁੰਦਾ, ਕਿੰਨਾ ਕਿ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਐਸਓਪੀ? देखो कैनेडा हाई कमीशन ही एसओपी सब तो इंपॉर्टेंट रोल अदा करती है, क्योंकि जी एसओपी है वो बेसिकली वीज़ा ऑफिसर ਨੂੰ ਤੁਹਾਡੀ ਪ੍ਰੋਫਾਈਲ ਬਾਰੇ ਦੱਸਦੀ ਹੈ,
ਤੁਹਾਡਾ ਐਜੂਕੇਸ਼ਨ ਬੈਕਗ੍ਰਾਉਂਡ ਦੱਸਦੀ ਹੈ, ਤੁਸੀਂ ਜਿਹੜਾ ਕੋਰਸ ਲਿੱਤਾ ਉਹ ਕੋਰਸ ਕਿਉਂ ਚੂਜ਼ ਕੀਤਾ, ਤੁਸੀਂ ਇਹ ਕਾਲਜ ਚੂਜ਼ ਕਿਉਂ ਕੀਤਾ, ਤੁਹਾਨੂੰ ਇਹ ਕੋਰਸ ਕਰਕੇ ਕੀ ਬੈਨੀਫਿਟ ਹੈ, ਤੁਹਾਡੇ ਫਾਈਨੈਂਸ਼ੀਅਲਸ ਤੁਹਾਡੇ ਕਿਸ ਤਰ੍ਹਾਂ ਦੇ ਹੈ, ਤੁਹਾਡੇ ਕੋਲ ਫੰਡ ਦੀ ਰਿਕੁਆਇਰਮੈਂਟ ਕੀ ਹੈ, ਤੁਹਾਡੀ ਫੈਮਿਲੀ ਤੁਹਾਨੂੰ ਕਿੱਦਾਂ ਸਪੋਰਟ ਕਰੇਗੀ, ਇਹ ਸਾਰੀ ਚੀਜ਼ਾਂ ਐਸਓਪੀ ਦੇ ਵਿੱਚ ਮੈਂਸ਼ਨ ਹੈ। ਓਕੇ, ਅਗਰ ਆਪਾਂ ਇਹ ਸਮਝੇ ਕਿ ਜਿਹੜਾ ਐਸਓਪੀ ਹੈ ਉਹ 90% ਵੀਜ਼ੇ ਦਾ ਰੋਲ ਅਦਾ ਕਰਦਾ ਹੈ। ਅਗਰ ਬੱਚੇ ਐਸਓਪੀ ਨੂੰ ਸਹੀ ਤਰੀਕੇ ਨਾਲ ਐਮਬੈਸੀ 'ਚ ਪ੍ਰੈਜ਼ੈਂਟ ਨਹੀਂ ਕਰਨਗੇ ਜਾਂ ਕੰਸਰਨ ਐਸਓਪੀ ਨੂੰ ਕਾਪੀ ਕਰਕੇ ਹੋਰਾਂ ਦੀ ਐਸਓਪੀ ਨੂੰ ਕਾਪੀ ਕਰਕੇ ਬੱਚਿਆਂ ਨੂੰ ਸਬਮਿਟ ਕਰਨਗੇ ਤਾਂ ਉਹਦੇ ਵਿੱਚ ਬੱਚਿਆਂ ਦੀ ਰਿਫਿਊਜ਼ਲ ਬਹੁਤ ਆਏਗੀ। ਤਾਂ ਬੱਚਿਆਂ ਨੂੰ ਇਹ ਚਾਹੀਦਾ ਕਿ ਅਗਰ ਜਿਹੜੀ ਐਸਓਪੀ ਹੈ ਉਹ ਆਪਣੇ ਕੰਸਰਨ ਨਾਲ ਬੈਠ ਕੇ ਆਪ ਬਣਾਉਣ, ਆਪਣੀ ਐਸਓਪੀ ਨੂੰ ਜ਼ਿਆਦਾ ਤੁਸੀਂ ਨੈਟ ਤੋਂ ਕਾਪੀ ਨਾ ਕਰਨ, ਕੰਟੈਂਟ ਆਪਣਾ ਯੂਜ਼ ਕਰਨ ਤਾਂ ਕਿ ਉਹਨੂੰ ਵੀਜ਼ਾ ਵਿੱਚ ਦਿੱਕਤ ਨਾ ਆਵੇ, ਬਿਕੋਜ਼ ਐਸਓਪੀ ਹੀ ਇੱਕ ਇੰਪੋਰਟੈਂਟ ਰੋਲ ਅਦਾ ਕਰ ਰਹੀ ਹੈ ਅੱਜ ਦੀ ਡੇਟ ਕੈਨੇਡਾ 'ਚ। ਅਗਰ ਅਸੀਂ ਲਗਾਤਾਰ ਜਿਹੜੇ ਵੀਜ਼ਾਸ ਕਰ ਰਹੇ ਹਾਂ, ਜਿਹੜੇ ਬੱਚਿਆਂ ਦਾ ਆਲਰੇਡੀ 12 14 ਵਾਰ ਰਿਫਿਊਜ਼ਡ ਹੈ ਜਾਂ ਉਹ ਪ੍ਰੋਫਾਈਲ ਜਿਨ੍ਹਾਂ ਦਾ 15 ਸਾਲ ਜਾਂ 15 ਸਾਲ ਤੋਂ ਜ਼ਿਆਦਾ ਗੈਪ ਹੁੰਦਾ ਐਜੂਕੇਸ਼ਨ ਦਾ, ਉਹਦੇ ਵਿੱਚ ਐਸਓਪੀ ਹੀ ਰੋਲ ਅਦਾ ਕਰਦੀ ਹੈ। ਤਾਂ ਜਿਹੜੇ ਸਟੂਡੈਂਟ ਰਿਫਿਊਜ਼ਡ ਹੈ, ਜਿਹੜੇ ਸਟੂਡੈਂਟ ਦਾ ਪੜ੍ਹਾਈ ਦੇ ਵਿੱਚ ਗੈਪ ਹੈ, ਔਰ ਈਵਨ ਕਿ ਜਿਹੜੇ ਫਰੈਸ਼ ਐਪਲੀਕੈਂਟ ਆ ਉਹਨੂੰ ਐਸਓਪੀ ਆਪਣੀ ਐਮਬੈਸੀ ਜ਼ਰੂਰ ਲਗਾਉਣੀ ਚਾਹੀਦੀ ਹੈ ਜੀ। ਸਰ ਜਿਵੇਂ ਤੁਸੀਂ ਦੱਸਿਆ ਐਸਓਪੀ ਦਾ ਬਹੁਤ ਇੰਪੋਰਟੈਂਟ ਰੋਲ ਹੈ, ਜਿਵੇਂ ਬਹੁਤ ਸਾਰੇ ਸਟੂਡੈਂਟ ਹੈ ਜਿਨ੍ਹਾਂ ਦੇ ਵੀਜ਼ਾ ਰੀਸੈਂਟਲੀ ਰਿਫਿਊਜ਼ ਹੋਏ ਨੇ, ਹੁਣ 10th ਅਗਸਤ ਤੋਂ ਬਾਅਦ ਜਿਹੜੇ ਰੂਲਸ ਚੇਂਜ ਹੋ ਰਹੇ ਨੇ, ਅਪਡੇਟ ਹੋ ਰਹੇ ਨੇ, ਕੀ ਉਹਨਾਂ ਨੂੰ ਦੁਬਾਰਾ ਰੀਅਪਲਾਈ ਕਰਨਾ ਚਾਹੀਦਾ ਹੈ? ਦੇਖੋ ਇਹ ਡਿਪੈਂਡ ਕਰਦਾ ਬੱਚੇ ਦੇ ਉੱਪਰ। ਅਗਰ ਮੰਨ ਲਓ ਬੱਚੇ ਦਾ ਕਾਲਜ ਔਰ ਕੋਰਸ ਸਹੀ ਨਹੀਂ ਸੀਗਾ, ਫੋਰ ਐਗਜ਼ਾਮਪਲ ਬੱਚੇ ਦਾ ਕੋਰਸ ਉਹਦੀ ਪ੍ਰੀਵੀਅਸ ਸਟੱਡੀ ਨਾਲ ਮੈਚ ਨਹੀਂ ਕਰ ਰਿਹਾ, ਤਾਂ ਉਹਨੂੰ ਅਪਲਾਈ ਨਹੀਂ ਕਰਨਾ ਚਾਹੀਦਾ। ਓਕੇ, ਦੂਸਰੇ ਪਾਸੇ ਅਗਰ ਬੱਚੇ ਦਾ ਕਾਲਜ ਸਰਕਾਰੀ ਨਹੀਂ ਸੀ, ਉਹਨੂੰ ਰੀਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ। ਇਸ ਤਰ੍ਹਾਂ ਦੀ ਪ੍ਰੋਫਾਈਲਾਂ ਨੂੰ ਹਾਈ ਕਮਿਸ਼ਨ ਫਿਊਚਰ ਵਿੱਚ ਵੀਜ਼ਾ ਨਹੀਂ ਦੇਗਾ। ਵੀਜ਼ਾ ਰੀਅਪਲਾਈ ਕਿਹਨੂੰ ਕਰਨਾ ਪਏਗਾ? ਉਹ ਬੱਚਿਆਂ ਨੂੰ ਜਿਹੜੇ ਬੱਚਿਆਂ ਦਾ ਕਾਲਜ ਪਬਲਿਕ ਸੀ, ਜਿਹੜੇ ਬੱਚਿਆਂ ਦਾ ਕੋਰਸ ਉਹਨਾਂ ਦੀ ਪ੍ਰੀਵੀਅਸ ਸਟੱਡੀ ਨਾਲ ਮੈਚ ਕਰ ਰਿਹਾ ਸੀ, ਉਹਨਾਂ ਸਟੂਡੈਂਟਸ ਨੂੰ ਆਪਣੇ ਕੇਸ ਨੂੰ ਰੀਅਪਲਾਈ ਕਰਨਗੇ, ਉਹਨਾਂ ਨੂੰ ਵੀਜ਼ਾ ਮਿਲੇਗਾ। ਬਟ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਰਿਫਿਊਜ਼ਲ ਵਾਲੇ ਨੂੰ ਵੀਜ਼ਾ ਮਿਲ ਰਿਹਾ ਹੈ। ਵੀਜ਼ਾ ਮਿਲ ਰਿਹਾ ਹੈ, ਚਾਹੇ ਤੁਹਾਡੀਆਂ 15 ਰਿਫਿਊਜ਼ਲ ਹੋਣ, ਚਾਹੇ ਤੁਹਾਡਾ 15 ਸਾਲ ਦਾ ਵੀ ਗੈਪ ਹੋਵੇ। ਵੀਜ਼ਾ ਲੈਣ ਲਈ ਤੁਹਾਨੂੰ ਇਹ ਦੋ ਚੀਜ਼ਾਂ ਦੀ ਰਿਕੁਆਇਰਮੈਂਟ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਕਾਲਜ ਪਬਲਿਕ ਹੋਣਾ ਚਾਹੀਦਾ ਹੈ ਔਰ ਤੁਹਾਡਾ ਜਿਹੜਾ ਕੋਰਸ ਹੈ ਉਹ ਤੁਹਾਡੀ ਪ੍ਰੀਵੀਅਸ ਸਟੱਡੀ ਨਾਲ ਮੈਚ ਹੋਣਾ ਚਾਹੀਦਾ ਹੈ। ਬਿਕੋਜ਼ ਅਗਰ ਕੋਰਸ ਦੀ ਰੈਲੇਵੈਂਸੀ ਨਹੀਂ ਹੋਏਗੀ ਵੀਜ਼ਾ ਆਫਿਸਰ, ਤਾਂ ਤੁਹਾਨੂੰ ਵੀਜ਼ਾ ਨਹੀਂ ਦੇ ਪਾਏਗਾ। ਤਾਂ ਇਹ ਬਹੁਤ ਇੰਪੋਰਟੈਂਟ ਰੋਲ ਹੈ ਜੀ। ਸਰ ਇੱਕ ਟੀਵੀ ਦੇ ਵਿੱਚ ਬਹੁਤ ਐਡ ਆਉਂਦੀ ਆ, ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ, ਲਗਾਤਾਰ ਐਡ ਚੱਲਦੀ ਹੈ ਜੀਆਈਸੀ ਦੇ ਬਾਰੇ। ਜੀਆਈਸੀ ਟਰਮ ਕਈ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਹੈ ਇਹ ਚੀਜ਼, ਸੋ ਉਹਦੇ ਬਾਰੇ ਸਾਡੇ ਵਿਊਅਰਸ ਨੂੰ ਦੱਸੋ, ਔਰ ਕਿੰਨਾ ਕੁ ਇੰਪੋਰਟੈਂਟ ਰੋਲ ਹੈ ਜਿਹੜਾ ਵੀਜ਼ਾ ਦੇ ਲਈ ਜੀਆਈਸੀ ਦਾ ਹੁੰਦਾ ਹੈ? ਦੇਖੋ ਬੇਸਿਕਲੀ ਕੀ ਹੈ ਕਿ ਜੋ ਵੀ ਬੱਚਾ ਕੈਨੇਡਾ ਪੜ੍ਹਨ ਜਾ ਰਿਹਾ ਉਹਨੂੰ ਪਤਾ ਹੈ ਕਿ ਮੈਂ 1 ਸਾਲ ਦੀ ਟਿਊਸ਼ਨ ਫੀਸ ਮੈਨੂੰ ਮਿਨੀਮਮ ਡਿਪੋਜ਼ਿਟ ਕਰਾਣੀ ਪਏਗੀ। ਹਰ ਇੱਕ ਕਾਲਜ ਦੀ ਫੀਸ ਜਿਹੜੀ ਸਟਾਰਟਿੰਗ ਰੇਂਜ ਹੈ ਉਹ $10,000 ਔਨਵਰਡ ਹੈ, ਯਾਨੀ ਅਪਰੋਕਸੀਮੇਟਲੀ 6.5 ਲੱਖ ਰੁਪਏ ਬੱਚੇ ਨੂੰ ਟਿਊਸ਼ਨ ਫੀਸ ਪੇ ਕਰਨੀ ਪਏਗੀ। ਪਰ ਉਸ ਤੋਂ ਇੰਪੋਰਟੈਂਟ ਨਾਲ ਬੱਚੇ ਨੂੰ ਜੀਆਈਸੀ ਵੀ ਬਹੁਤ ਇੰਪੋਰਟੈਂਟ ਹੈ। ਜੀਆਈਸੀ ਯਾਨੀ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ, ਯਾਨੀ ਕਿ ਬੱਚੇ ਦੇ $10,200 ਉਹਨੂੰ ਕੈਨੇਡਾ ਵਿੱਚ ਟ੍ਰਾਂਸਫਰ ਕਰਨੇ ਪੈਣਗੇ ਆਪਣਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ। ਉਹਦੇ ਵਿੱਚੋਂ ਜਿਹੜਾ ਉੱਥੇ ਦਾ ਕੈਨੇਡਾ ਦਾ ਬੈਂਕ ਹੈ ਉਹ ਬੱਚੇ ਨੂੰ $10,000 ਦਾ ਬੈਲੈਂਸ ਸਰਟੀਫਿਕੇਟ ਦੇਗਾ ਜੋ ਉਹਦੀ ਵੀਜ਼ਾ ਦੇ ਫਾਈਲ ਦੇ ਵਿੱਚ ਲਾਂਚ ਹੋਏਗਾ, ਤਾਂ ਕਿ ਉਹਨੂੰ ਵੀਜ਼ਾ ਦੀ ਦਿੱਕਤ ਨਾ ਆਏ। ਜੀਆਈਸੀ ਇੱਕ ਤਰ੍ਹਾਂ ਦਾ ਲਿਵਿੰਗ ਕਾਸਟ ਹੈ। ਅਗਰ ਬੱਚਾ ਆਪਣਾ ਜੀਆਈਸੀ ਲਿਵਿੰਗ ਕਾਸਟ ਸ਼ੋ ਨਹੀਂ ਕਰ ਰਿਹਾ ਤਾਂ ਬੱਚੇ ਨੂੰ ਵੀਜ਼ਾ ਨਹੀਂ ਮਿਲ ਰਿਹਾ। ਬਹੁਤ ਸਾਰੇ ਸਟੂਡੈਂਟ ਕੀ ਕਰ ਰਹੇ, ਜੀਆਈਸੀ ਪੇ ਨਾ ਕਰਨ ਦੀ ਬਜਾਏ ਆਪਣੇ ਸੇਵਿੰਗ ਅਕਾਊਂਟ ਦੀ ਬੈਲੈਂਸ ਰੱਖ ਰਹੇ ਹਨ। ਹੁਣ ਜਿਹੜਾ ਸੇਵਿੰਗ ਅਕਾਊਂਟ ਦੇ ਵਿੱਚ ਬੈਲੈਂਸ ਹੈ ਉਹ ਇਹ ਤੋਂ ਨਹੀਂ ਕਿ ਪੈਸਾ ਉਹ ਬੱਚਾ ਹੀ ਯੂਜ਼ ਕਰੇਗਾ। ਹੋ ਸਕਦਾ ਹੈ ਕਿ ਉਹ ਵੀਜ਼ਾ ਲੱਗਣ ਤੋਂ ਬਾਅਦ ਉਹ ਪੈਸਾ ਕਢਾ ਕੇ ਟਰੈਵਲ ਵੇਲੇ ਨਾ ਲੈ ਕੇ ਜਾਵੇ। ਤਾਂ ਜੀਆਈਸੀ ਬਹੁਤ ਇੰਪੋਰਟੈਂਟ ਰੋਲ ਹੈ। ਅਗਰ ਬੱਚਾ ਜੀਆਈਸੀ ਪੇ ਕਰੇਗਾ ਉਹਦੇ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਬ੍ਰਾਈਟ ਹੈ। ਈਵਨ ਕਿ ਐਸਡੀਐਸ ਕੈਟਾਗਰੀ ਦੇ ਵਿੱਚ ਵੀ ਕੈਨੇਡਾ ਗਵਰਨਮੈਂਟ ਨੇ ਗੱਲ ਕਲੀਅਰ ਅਨਾਉਂਸ ਕੀਤਾ ਹੈ ਕਿ ਜਿਹੜਾ ਬੱਚਾ 1 ਈਅਰ ਦੀ ਫੀਸ ਪੇ ਕਰੇਗਾ, ਜਿਹੜਾ ਬੱਚਾ ਜੀਆਈਸੀ ਪੇ ਕਰੇਗਾ ਉਹਦੀ ਫਾਈਲ ਐਸਡੀਐਸ ਕੈਟਾਗਰੀ 'ਚ ਲੱਗੇਗੀ, ਅਦਰਵਾਈਜ਼ ਉਹਦੀ ਫਾਈਲ ਨਾਨ ਐਸਡੀਐਸ ਲੱਗੇਗੀ। ਤਾਂ ਬੱਚਿਆਂ ਨੂੰ ਇਹ ਚਾਹੀਦਾ ਕਿ ਅਗਰ ਜੀਆਈਸੀ ਪੇ ਨਹੀਂ ਕਰ ਪਾ ਰਹੇ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਨਾ ਕਰੋ, ਬਿਕੋਜ਼ ਵਿਦਆਊਟ ਜੀਆਈਸੀ ਵੀਜ਼ਾ ਨਹੀਂ ਆ ਰਹੇ। ਅਸੀਂ ਸੋਸ਼ਲ ਮੀਡੀਆ ਤੇ ਜ਼ਰੂਰ ਦੇਖ ਰਹੇ ਹਾਂ ਕਿ ਵਿਦਆਊਟ ਜੀਆਈਸੀ ਵੀਜ਼ਾ ਕਹਿ ਰਹੇ ਆ, ਬਟ ਉਹ ਕੀ ਕਰ ਰਹੇ ਆ? ਉਹ ਬੱਚਿਆਂ ਤੋਂ ਫੰਡਸ ਸ਼ੋ ਦੇ ਨਾਮ ਤੇ ਪੈਸੇ ਲੈ ਰਹੇ ਆ ਔਰ ਜੀਆਈਸੀ ਪੇ ਨਹੀਂ ਕਰ ਰਹੇ। ਬੱਚਿਆਂ ਨੂੰ ਚਾਹੀਦਾ ਕਿ ਆਪਣੀ 1 ਸਾਲ ਦੀ ਪੂਰੀ ਟਿਊਸ਼ਨ ਫੀਸ ਆਪ ਪੇ ਕਰਨ, ਆਪਣਾ ਜੀਆਈਸੀ ਕੈਨੇਡਾ ਵਿੱਚ ਆਪ ਪੇ ਕਰਨ, ਉਸ ਤੋਂ ਬਾਅਦ ਵੀਜ਼ਾ ਅਪਲਾਈ ਕਰਨ ਤਾਂ ਕਿ ਉਹਨੂੰ ਵੀਜ਼ਾ ਵਿੱਚ ਦਿੱਕਤ ਨਾ ਆਵੇ ਬੱਚੇ ਨੂੰ। ਸਰ ਇੱਕ ਫੰਡਸ ਦੀ ਜੇ ਗੱਲ ਕਰੀਏ, ਹੁਣ ਬਹੁਤ ਆਪਾਂ ਨੂੰ ਫੰਡਸ ਸ਼ੋ ਕਰਨੇ ਪੈਂਦੇ ਆ ਕਿਤੇ ਵੀ ਜਦੋਂ ਆਪਾਂ ਵੀਜ਼ਾ ਅਪਲਾਈ ਕਰਨਾ ਹੈ। ਇਨਕਮ ਸੋਰਸ ਤੇ ਫੰਡਸ ਕਿੰਨਾ ਕੁ ਰੋਲ ਅਦਾ ਕਰਦੇ ਨੇ ਕਿ ਉਸ ਤੋਂ ਬਿਨਾਂ ਵੀਜ਼ਾ ਪੋਸੀਬਲ ਹੈ ਜਾਂ ਕਿੰਨੇ ਸ਼ੋ ਕਰਨੇ ਪੈਂਦੇ ਨੇ? ਦੇਖੋ ਮੈਮ, ਜਿਹੜਾ ਇਨਕਮ ਸੋਰਸ ਔਰ ਫੰਡਸ ਦੋਨੋਂ ਅਲੱਗ ਡਿਫਰੈਂਟ ਚੀਜ਼ ਹੈ। ਇਨਕਮ ਸੋਰਸ ਬੇਸਿਕਲੀ ਸਾਨੂੰ ਇਹ ਦੱਸਦਾ ਪਿਆ ਕਿ ਤੁਹਾਡੀ ਫੈਮਿਲੀ ਦੀ ਐਨੂਅਲ ਇਨਕਮ ਕੀ ਹੈ। ਫੋਰ ਐਗਜ਼ਾਮਪਲ ਕਿਸੇ ਸਟੂਡੈਂਟ ਦੇ ਪੇਰੈਂਟਸ ਐਗਰੀਕਲਚਰ ਹੈ ਔਰ ਉਹ 8 ਤੋਂ 10 ਲੱਖ ਦੀ ਰਿਟਰਨ ਭਰਦੇ ਹੈ, ਤਾਂ ਇਟ ਮੀਨਸ ਵੀਜ਼ਾ ਆਫਿਸਰ ਨੂੰ ਤੁਸੀਂ ਐਪਲੀਕੇਸ਼ਨ ਫਾਰਮ ਵਿੱਚ ਲਿਖਦੇ ਹੋ ਕਿ ਮੇਰੇ ਫਾਦਰ ਦੀ ਐਨੂਅਲ ਇਨਕਮ 8 ਤੋਂ 10 ਲੱਖ ਰੁਪਏ ਹੈ। ਵੀਜ਼ਾ ਆਫਿਸਰ ਇਹ ਚੀਜ਼ ਨੂੰ ਸਮਝਦਾ ਹੈ ਕਿ ਅਗਰ ਬੱਚੇ ਦੀ 8-10 ਲੱਖ ਰੁਪਏ ਇਨਕਮ ਹੈ ਪੇਰੈਂਟਸ ਦੀ, ਤਾਂ ਉਹਦੇ ਪੇਰੈਂਟਸ ਅਗਲੇ ਸਾਲ ਫੀਸ ਪੇ ਕਰਨ ਜੋਗੇ ਹੈਗੇ ਆ। ਦੂਸਰੇ ਪਾਸੇ ਜਿਹੜੇ ਬੱਚਿਆਂ ਦੇ ਫੰਡਸ ਹੈ, ਹੁਣ ਫੋਰ ਐਗਜ਼ਾਮਪਲ ਇਹ ਨਹੀਂ ਹੈ ਕਿ ਫੰਡ ਸ਼ੋ ਕਰੋਗੇ ਤਾਂ ਵੀਜ਼ਾ ਮਿਲੇਗਾ, ਇਹ ਵੀ ਡਿਪੈਂਡ ਕਰਦਾ ਪ੍ਰੋਫਾਈਲ ਦੇ ਉੱਪਰ।
ਫੋਰ ਐਗਜ਼ਾਮਪਲ ਕਿਸੇ ਬੱਚੇ ਦਾ ਕੋਰਸ 2 ਸਾਲ ਦਾ ਹੈ, ਫੋਰ ਐਗਜ਼ਾਮਪਲ ਕਿਸੇ ਬੱਚੇ ਨੇ 3 ਸਾਲ ਦੀ ਬੈਚਲਰ ਡਿਗਰੀ ਕਰਨ ਜਾਣੀ ਹੈ। ਹੁਣ 2 ਸਾਲ ਜਾਂ 3 ਸਾਲ ਬਾਅਦ ਜਿਹੜੇ ਕੋਰਸ ਵਾਲੇ ਸਟੂਡੈਂਟਸ ਆ ਉਹਨਾਂ ਨੇ 1 ਸਾਲ ਦੀ ਫੀਸ ਇੰਡੀਆ ਤੋਂ ਪੇ ਕਰਤੀ, GIC ਇੰਡੀਆ ਤੋਂ ਪੇ ਕਰਤਾ, ਬੱਚੇ ਦਾ 1 ਸਾਲ ਦਾ ਟਿਊਸ਼ਨ ਫੀਸ ਤੇ ਲਿਵਿੰਗ ਕਾਸਟ ਤੱਕ ਕੰਪਲੀਟ ਹੋ ਗਿਆ, ਬਟ ਉਹਨਾਂ ਕੋਲ ਅਗਲੇ ਸਾਲ ਦੇ ਫੰਡਸ ਹੋਣੇ ਚਾਹੀਦੇ। ਤਾਂ ਇਹ ਹੈ ਕਿ ਤੁਸੀਂ STS ਦੇ ਵਿੱਚ ਅਗਰ ਤੁਹਾਡੇ ਕੋਲ ਫੰਡਸ ਹੈ, ਫਾਈਨੈਂਸ਼ੀਅਲਸ ਹੈ, ਤੁਸੀਂ ਲਗਾਓ, ਤੁਹਾਨੂੰ ਵੀਜ਼ਾ ਲਈ ਬਹੁਤ ਪੋਜ਼ਿਟਿਵ ਰਹਿਣਗੇ। ਬਟ ਦੂਸਰੇ ਪਾਸੇ ਇਹ ਵੀ ਹੈ ਕਿ ਇਹ ਨਹੀਂ ਹੈ ਕਿ ਤੁਹਾਡੇ ਕੋਲ ਫੰਡ ਨਹੀਂ ਹੈ, ਤੁਸੀਂ ਆਪਣੇ ਕੰਸਲਟੈਂਟ ਤੋਂ ਪੈਸੇ ਦੇ ਕੇ ਫੰਡ ਸ਼ੋ ਕਰਾਓ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਵਿਦਆਊਟ ਫੰਡਸ ਸ਼ੋ ਦੇ ਵੀ ਤੁਸੀਂ ਵੀਜ਼ਾ ਕੈਨੇਡਾ ਦਾ ਹਾਸਿਲ ਕਰ ਸਕਦੇ ਹੋ, ਬਟ ਡਿਪੈਂਡ ਕਰਦਾ ਪ੍ਰੋਫਾਈਲ ਦੇ ਉੱਪਰ। ਬਟ ਤੁਸੀਂ ਇਨਕਮ ਸੋਰਸ ਜਿਹੜਾ ਹੈ ਉਹ ਵੀ SOP ਤਰ੍ਹਾਂ ਹੀ ਫਾਈਲ ਦੇ ਵਿੱਚ ਇੰਪੋਰਟੈਂਟ ਰੋਲ ਅਦਾ ਕਰਦਾ ਹੈ। ਬਿਕੋਜ਼ ਜਦੋਂ ਬੱਚਾ ਕੋਈ SOP ਆਪਣੀ ਵੀਜ਼ਾ ਆਫਿਸਰ ਨੂੰ ਲਿਖ ਕੇ ਦਿੰਦਾ, ਉਹਦੀ ਲਿਖਦਾ ਹੈ ਕਿ ਮੇਰੇ ਫਾਦਰ ਦੀ ਮਦਰ ਦੀ ਐਨੂਅਲ ਇਨਕਮ ਕਿੰਨੀ ਹੈ, ਯਾਨੀ ਮੇਰੇ ਕੋਲ ਕਿੰਨੇ ਫਾਈਨੈਂਸ਼ੀਅਲਸ ਹੈ, ਤਾਂ ਉਸ ਲਈ ਉਹ ਜਿਹੜੇ ਰੋਲ ਬਹੁਤ ਇੰਪੋਰਟੈਂਟ ਹੈ ਉਸ ਚੀਜ਼ ਲਈ। ਸਰ ਨਾਰਮਲ ਬੱਚਿਆਂ ਦੇ ਬਹੁਤ ਸਾਰੇ ਬੈਕਲੌਗਸ ਹੁੰਦੇ ਨੇ, ਐਕਸਟੈਂਡਡ ਡਿਗਰੀਜ਼ ਹੁੰਦੀਆਂ ਨੇ, ਜੇ ਗੱਲ ਕਰੀਏ ਕਿੰਨੇ ਕੁ ਐਕਸੈਪਟੇਬਲ ਹੁੰਦੇ ਨੇ ਬੈਕਲੌਗਸ? ਦੇਖੋ ਮੈਮ, ਡਿਪੈਂਡ ਅਪਨ ਪ੍ਰੋਫਾਈਲ। ਫੋਰ ਐਗਜ਼ਾਮਪਲ ਕੋਈ ਸਟੂਡੈਂਟ ਆਲਰੇਡੀ ਗ੍ਰੈਜੂਏਟ ਹੈ, ਬੀਟੈਕ ਕੀਤੀ ਹੋਈ ਹੈ, ਉਹਦੇ ਕੋਲ ਪਰਸੈਂਟੇਜ ਬਹੁਤ ਚੰਗੇ ਹੈ, ਮੋਰ ਦੈਨ 60-65% ਨੰਬਰ ਹੈ, ਔਰ ਉਹਦੇ ਬੈਕਲੌਗ 15 ਵੀ ਹੈ। ਕੁਝ ਕਾਲਜਿਸ 10 ਬੈਕਲੌਗ ਅਸੈਪਟ ਕਰ ਰਹੇ ਹੈ, ਕੁਝ ਕਾਲਜਿਸ 15 ਬੈਕਲੌਗ ਅਸੈਪਟ ਹੈ, ਯਾਨੀ 15 ਤੋਂ 20 ਬੈਕਲੌਗ ਦੇ ਨਾਲ ਤੁਸੀਂ ਫਾਈਲ ਲਗਾ ਸਕਦੇ ਹੋ, ਬਟ ਉਹਦੀ ਪਰਸੈਂਟੇਜ ਚੰਗੀ ਹੋਣੀ ਚਾਹੀਦੀ ਹੈ। ਡਿਗਰੀ ਐਕਸਟੈਂਡਡ ਵੀ ਸੇਮ ਸੀਨ ਹੈ। ਡਿਗਰੀ ਐਕਸਟੈਂਡਡ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਬੱਚੇ ਆਪਣੀ 4 ਸਾਲ ਦੀ ਬੀਟੈਕ ਨੂੰ 5 ਸਾਲ ਵਿੱਚ ਕਰ ਲੈਂਦੇ ਆ, ਜਾਂ ਬਹੁਤ ਸਾਰੇ ਬੱਚੇ ਗ੍ਰੈਜੂਏਸ਼ਨ 3 ਸਾਲ ਦੀ ਬਜਾਏ 4 ਸਾਲ ਹੀ ਕਵਰ ਕਰਦੇ ਆ। ਬੱਚੇ ਦੇ ਕੋਲ ਅਗਰ ਬੈਕਲੌਗ ਹੈਗਾ, ਐਕਸਟੈਂਡਡ ਡਿਗਰੀ ਹੈਗੀ ਹੈ, ਤਾਂ ਉਹਨੂੰ SOP 'ਚ ਮੈਂਸ਼ਨ ਕਰਨਾ ਪਏਗਾ ਉਹਦੀ ਡਿਗਰੀ ਐਕਸਟੈਂਡਡ ਕਿਉਂ ਹੋਈ। ਹਰ ਇੱਕ ਡਿਗਰੀ ਐਕਸਟੈਂਡਡ ਵਾਲੇ ਨੂੰ ਵੀਜ਼ਾ ਨਹੀਂ ਮਿਲਦਾ। ਅਗਰ ਬੱਚਾ ਆਪਣੀ SOP ਦੇ ਵਿੱਚ ਲਿਖੇ, ਪ੍ਰੋਪਰ ਮੈਂਸ਼ਨ ਕਰੇ ਉਹਦੀ ਡਿਗਰੀ ਐਕਸਟੈਂਡਡ ਕਿਉਂ ਹੋਈ, ਕਿਆ ਉਹ ਅਦਰ ਐਕਟੀਵਿਟੀ 'ਚ ਇਨਵੋਲਵ ਸੀ, ਕਿਆ ਉਹਦਾ ਕੋਈ ਮੈਡੀਕਲ ਇਸ਼ੂ ਸੀ, ਕਿਆ ਉਹਦੀ ਫੈਮਿਲੀ ਦੀ ਕੰਡੀਸ਼ਨ ਕਿਸ ਤਰ੍ਹਾਂ ਸੀ, ਉਸ ਨੂੰ ਅਗਰ ਮੈਂਸ਼ਨ ਕਰੇਗਾ ਤਾਂ ਵੀਜ਼ਾ ਮਿਲੇਗਾ। ਬਟ ਯੈਸ ਕਿ ਹਾਂ ਤੁਸੀਂ ਬੈਕਲੌਗ ਨਾਲ ਐਕਸਟੈਂਡਡ ਡਿਗਰੀ ਨਾਲ ਵੀਜ਼ਾ ਅਪਲਾਈ ਕਰ ਸਕਦੇ ਹੋ। ਅਸੀਂ ਕਾਫੀ ਵੀਜ਼ਾ ਐਕਸਟੈਂਡਡ ਡਿਗਰੀ ਨਾਲ ਤੇ ਬੈਕਲੌਗ ਨਾਲ ਹਾਸਿਲ ਕੀਤੇ ਹੋਏ। ਸਰ ਇੱਕ ਹਮੇਸ਼ਾ ਤੁਸੀਂ ਗੱਲ ਕਰ ਰਹੇ ਹੋ ਕਿ ਕਾਲਜ ਦੀ ਸਿਲੈਕਸ਼ਨ ਅਤੇ ਕੋਰਸ ਦੀ ਸਿਲੈਕਸ਼ਨ ਬਹੁਤ ਵੱਡਾ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਤੁਹਾਡੇ ਵੀਜ਼ਾ ਮਿਲਣ ਦੇ ਵਿੱਚ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ। ਮੈਮ ਦੇਖੋ, ਕਾਲਜ ਔਰ ਕੋਰਸ ਇੱਕ ਬਹੁਤ ਇੰਪੋਰਟੈਂਟ ਰੋਲ ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ UK ਹੈ, ਚਾਹੇ ਉਹ USA ਇਵਨ ਚਾਹੇ ਆਸਟ੍ਰੇਲੀਆ। ਇਹ ਸਮਝਣਾ ਬਹੁਤ ਜ਼ਰੂਰੀ ਜਿਹੜਾ ਕਾਲਜ ਹੈ। ਹੁਣ ਫੋਰ ਐਗਜ਼ਾਮਪਲ 2 ਤਰ੍ਹਾਂ ਦੇ ਕਾਲਜਿਸ ਨੇ, ਇੱਕ ਕਾਲਜ ਪਬਲਿਕ ਕਾਲਜ ਹੈ, ਇੱਕ ਕਾਲਜ ਪ੍ਰਾਈਵੇਟ ਕਾਲਜ ਹੈ। ਪ੍ਰਾਈਵੇਟ ਕਾਲਜ ਦਾ ਮਤਲਬ ਉਹ ਹੁੰਦਾ ਹੈ ਜਿਨ੍ਹਾਂ ਕਾਲਜਾਂ ਵਿੱਚ ਪੜ੍ਹਨ ਤੋਂ ਬਾਅਦ ਬੱਚੇ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ, ਜਾਂ ਕੁਝ ਕਾਲਜਿਸ ਕੈਨੇਡਾ ਦੇ ਵਿੱਚ ਪ੍ਰਾਈਵੇਟ ਹੈਗੇ ਜੋ ਪੰਜਾਬ ਦੇ ਕਾਫੀ ਸਾਰੇ ਕੰਸਲਟੈਂਟ ਕਰ ਰਹੇ ਜਿਨ੍ਹਾਂ ਦੇ ਵਿੱਚ ਪਾਥਵੇ ਪ੍ਰੋਗਰਾਮ ਹੈ। ਫੋਰ ਐਗਜ਼ਾਮਪਲ ਤੁਸੀਂ 1 ਸਾਲ ਇੱਕ ਕਾਲਜ ਵਿੱਚ ਪੜ੍ਹੋ, ਉਸ ਕਾਲਜ ਕੋ ਮਾਨਤਾ ਨਹੀਂ ਹੈ ਵਰਕ ਪਰਮਿਟ ਦਿੰਦੀ, ਉਹ ਅਗਲੇ ਸਾਲ ਤੁਹਾਨੂੰ ਕਿਸੇ ਕਾਲਜ ਦੇ ਵਿੱਚ ਹੋਰ ਪੜ੍ਹਾਏਗਾ, ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੇਗਾ। ਇਹਨਾਂ ਕਾਲਜਿਸ ਦਾ ਵੀਜ਼ਾ ਸਕਸੈਸ ਬਹੁਤ ਜ਼ਿਆਦਾ ਘੱਟ ਹੈ। ਦੂਸਰੇ ਪਾਸੇ ਕਾਲਜਿਸ ਜੋ ਹਨ ਜਿਨ੍ਹਾਂ ਵਿੱਚ ਬੱਚਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ, ਯਾਨੀ ਪਬਲਿਕ ਕਾਲਜ। ਪਬਲਿਕ ਕਾਲਜ ਉਹ ਕਾਲਜਿਸ ਹੈ ਜਿਨ੍ਹਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਬੱਚੇ ਜਾ ਰਹੇ ਹਨ, ਉਹਨਾਂ ਦਾ ਵੀਜ਼ਾ ਦਾ ਸਕਸੈਸ ਪ੍ਰਾਈਵੇਟ ਕਾਲਜ ਨਾਲ ਬਹੁਤ ਜ਼ਿਆਦਾ ਹੈ। ਮਤਲਬ 70-80% ਉਹਨਾਂ ਦਾ ਵੀਜ਼ਾ ਦਾ ਸਕਸੈਸ ਹੈ, ਔਰ ਪ੍ਰਾਈਵੇਟ ਕਾਲਜ ਦਾ ਵੀਜ਼ਾ ਸਕਸੈਸ 10 ਤੋਂ 15% ਹੈ। ਤਾਂ ਯਾਨੀ ਬੱਚਿਆਂ ਨੂੰ ਹਮੇਸ਼ਾ ਚਾਹੀਦਾ ਕਿ ਜਿਹੜਾ ਕਾਲਜ ਹੈ ਉਹ ਪਬਲਿਕ ਚੂਜ਼ ਕਰਨ, ਕਿਉਂਕਿ ਪਬਲਿਕ ਔਰ ਪ੍ਰਾਈਵੇਟ ਦੋਨੋਂ ਕਾਲਜ ਦੀ ਫੀਸ ਦਾ ਕੋਈ ਅੰਤਰ ਨਹੀਂ ਹੈ। ਅੰਤਰ ਹੈ ਕੰਸਲਟੈਂਟ ਦਾ, ਕੰਸਲਟੈਂਟ ਕੋ ਟਾਈ ਅਪ ਨਹੀਂ ਹੁੰਦਾ ਜਿਸ ਕਰਕੇ ਪ੍ਰਾਈਵੇਟ ਕਾਲਜ ਬੱਚਿਆਂ ਨੂੰ ਪਾ ਦਿੰਦਾ ਹੈ। ਹੁਣ ਕੋਰਸ ਦੀ ਰੈਲੇਵੈਂਸੀ ਵੀ ਕਾਲਜ ਤਰ੍ਹਾਂ ਹੀ ਬਹੁਤ ਇੰਪੋਰਟੈਂਟ ਹੈ। ਅਗਰ ਬੱਚਾ ਆਪਣੀ ਪ੍ਰੀਵੀਅਸ ਸਟੱਡੀ ਨਾਲ ਰੈਲੇਵੈਂਟ ਕੋਰਸ ਨਹੀਂ ਚੂਜ਼ ਕਰੇਗਾ, ਅਗਰ ਬੱਚੇ ਨੂੰ ਵੀਜ਼ਾ ਆਫਿਸਰ ਨੂੰ ਕਨਵਿੰਸ ਨਹੀਂ ਕਰ ਪਾਏਗਾ ਕਿ ਇਹ ਕੋਰਸ ਕਰਨ ਦਾ ਮੇਰਾ ਕੀ ਬੈਨੀਫਿਟ ਹੈ, ਜਾਂ ਉਹਦਾ ਕੋਰਸ ਉਹਦੀ ਪ੍ਰੀਵੀਅਸ ਸਟੱਡੀ ਨਾਲ ਅਪਗ੍ਰੇਡ ਨਹੀਂ ਹੋਏਗਾ, ਤਾਂ ਉਹਨੂੰ ਵੀਜ਼ਾ ਨਹੀਂ ਮਿਲੇਗਾ। ਫੋਰ ਐਗਜ਼ਾਮਪਲ ਕੋਈ ਬੱਚੇ ਨੇ ਇੰਡੀਆ ਵਿੱਚ ਬੀਟੈਕ ਕੀਤੀ ਹੋਈ ਹੈ, ਔਰ ਇੰਡੀਆ ਦੇ ਵਿੱਚ ਬੀਟੈਕ ਕਰਨ ਤੋਂ ਬਾਅਦ ਕੈਨੇਡਾ ਜਾਣਾ ਚਾਹੁੰਦਾ ਹੈ, ਔਰ +2 ਤੋਂ ਬਾਅਦ ਕੋਈ 1 ਸਾਲ ਦਾ ਡਿਪਲੋਮਾ ਲਏਗਾ, ਤਾਂ ਉਹਨੂੰ ਵੀਜ਼ਾ ਨਹੀਂ ਮਿਲੇਗਾ, ਉਹਨੂੰ ਪੋਸਟ ਗ੍ਰੈਜੂਏਟ ਡਿਪਲੋਮਾ ਹੀ ਚਾਹੀਦਾ ਹੈ। ਤਾਂ ਰੈਲੇਵੈਂਸੀ ਵੀ ਹੋਣੀ ਬਹੁਤ ਜ਼ਰੂਰੀ ਹੈ। ਕਾਲਜ ਔਰ ਕੋਰਸ ਦੋਨੋਂ ਬਹੁਤ ਇੰਪੋਰਟੈਂਟ ਰੋਲ ਅਦਾ ਕਰਦੇ ਹਨ। ਸਰ ਇੱਕ ਕਾਲਜ ਵਿੱਚ ਵੀਜ਼ਾ ਦੇ ਮਿਲਣ ਦੇ ਜ਼ਿਆਦਾ ਚਾਂਸਸ ਹੁੰਦੇ ਆ, ਜਾਂ ਫਿਰ ਯੂਨੀਵਰਸਿਟੀ ਦੇ ਵਿੱਚ ਜਦੋਂ ਆਪਾਂ ਸਟੱਡੀ ਕਰਦੇ ਹਾਂ ਉਹਦੇ ਵੀਜ਼ਾ ਦੇ ਚਾਂਸਸ ਜ਼ਿਆਦਾ ਹੁੰਦੇ ਨੇ? ਮੈਮ ਕਾਲਜ ਔਰ ਯੂਨੀਵਰਸਿਟੀਜ਼ ਦਾ ਬਹੁਤ ਵੱਡਾ ਕਨਫਿਊਜ਼ਨ ਹੈ ਬੱਚਿਆਂ ਦੇ ਵਿੱਚ। ਯੂਨੀਵਰਸਿਟੀਜ਼ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਜਿਨ੍ਹਾਂ ਵਿੱਚ ਬੱਚਿਆਂ ਦੇ ਵੀਜ਼ਾ ਆ ਰਹੇ, ਕਾਲਜ ਦੇ ਵੀ ਆ ਰਹੇ। ਇਹ ਡਿਪੈਂਡ ਕਰਦਾ ਪ੍ਰੋਫਾਈਲ ਦੇ ਉੱਪਰ। ਅਗਰ ਕਿਸੇ ਸਟੂਡੈਂਟ ਦਾ ਪ੍ਰੋਫਾਈਲ ਵੀਕ ਹੈ, ਫੋਰ ਐਗਜ਼ਾਮਪਲ ਕਿਸੇ ਸਟੂਡੈਂਟ ਦੇ ਲੈਸ ਦੈਨ 60% ਨੰਬਰ ਹੈ ਔਰ ਉਹਦਾ ਆਲਰੇਡੀ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਤਾਂ ਉਸ ਬੱਚੇ ਨੂੰ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ। ਯੂਨੀਵਰਸਿਟੀ ਵਿੱਚ ਅਪਲਾਈ ਕਰਨ ਦਾ ਕੀ ਬੈਨੀਫਿਟ ਹੈ? ਯੂਨੀਵਰਸਿਟੀ ਵੀਜ਼ਾ ਸਕਸੈਸ ਐਜ਼ ਕੰਪੈਰੀਜ਼ਨ ਟੂ ਕਾਲਜ ਬਹੁਤ ਜ਼ਿਆਦਾ ਹੈ। ਸੈਕੰਡ ਥਿੰਗ ਜਿਹੜਾ ਇਹਦਾ ਨੈਗੇਟਿਵ ਹੈ, ਉਹ ਨੈਗੇਟਿਵ ਹੈ ਕਿ ਡਿਗਰੀ ਜਿਹੜੀ ਹੈ, ਯਾਨੀ ਅਗਰ ਬੱਚਾ +2 ਪਾਸ ਆਊਟ ਹੈ ਉਹਨੂੰ 2 ਸਾਲ ਡਿਪਲੋਮਾ ਕਰਨਾ ਪਏਗਾ, ਅਗਰ ਬੱਚਾ ਡਿਗਰੀ ਪੜ੍ਹਨ ਜਾ ਰਿਹਾ ਉਹਨੂੰ 3 ਤੋਂ 4 ਸਾਲ ਪੜ੍ਹਨਾ ਪਏਗਾ, ਤਾਂ ਉਹਦੇ ਵਿੱਚ ਡਿਊਰੇਸ਼ਨ ਆਫ ਜਿਹੜੀ ਸਟੱਡੀ ਉਹ ਜ਼ਿਆਦਾ ਹੋ ਜਾਂਦੀ ਹੈ, ਫੀਸ ਸਟਰਕਚਰ ਜ਼ਿਆਦਾ ਹੈ। ਅਦਰਵਾਈਜ਼ ਵੀਜ਼ਾ ਕਾਲਜ ਦੇ ਵੀ ਆ ਰਹੇ, ਯੂਨੀਵਰਸਿਟੀ ਦੇ ਵੀ ਆ ਰਹੇ,
ਹੁਣ ਇਹ ਡਿਪੈਂਡ ਕਰਦਾ ਪ੍ਰੋਫਾਈਲ ਦੇ ਉੱਪਰ। ਅਸੀਂ ਪ੍ਰੋਫਾਈਲ ਨੂੰ ਦੇਖ ਕੇ ਬੱਚੇ ਨੂੰ ਦੱਸ ਦਿੰਦੇ ਹਾਂ ਕਿ ਬੱਚੇ ਨੂੰ ਕਾਲਜ ਅਪਲਾਈ ਕਰਨਾ ਚਾਹੀਦਾ ਹੈ ਕਿ ਯੂਨੀਵਰਸਿਟੀ, ਤਾਂ ਉਹ ਡਿਪੈਂਡ ਕਰਦਾ ਬੱਚੇ ਦੀ ਪ੍ਰੋਫਾਈਲ ਟੂ ਪ੍ਰੋਫਾਈਲ, ਉਸ ਤੋਂ ਬਾਅਦ ਡਿਸੀਜਨ ਲੈ ਸਕਦੇ ਹਾਂ। ਓਕੇ ਸਰ, ਜੇ ਗੱਲ ਕਰੀਏ ਨੈਕਸਟ ਇਨਟੇਕ ਦੀ, ਤਾਂ ਹੁਣ ਨੈਕਸਟ ਇਨਟੇਕ ਕਿਹੜਾ ਜਿਹਦੇ ਵਿੱਚ ਬੱਚੇ ਅਪਲਾਈ ਕਰ ਸਕਦੇ? ਜਨਵਰੀ 2024 ਕੈਨੇਡਾ ਦਾ ਇਨਟੇਕ ਚੱਲ ਰਿਹਾ। ਜਨਵਰੀ 2024 ਲਈ ਅਸੀਂ ਐਡਮਿਸ਼ਨਸ ਦੇ ਰਹੇ ਹਾਂ। ਜਨਵਰੀ 2024 ਲਈ ਬੱਚੇ ਜਿਹੜੀ ਆਪਣੀ ਐਡਮਿਸ਼ਨਸ ਕਰਵਾ ਕੇ ਆਪਣੀ ਫੀਸ ਪੇ ਕਰ ਰਹੇ ਹਨ ਔਰ ਆਪਣੀ ਫਾਈਲ ਹਾਈ ਕਮਿਸ਼ਨ ਦੇ ਵਿੱਚ ਲਗਾ ਰਹੇ। ਸਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੇ ਸਪਾਊਸ ਨਾਲ ਬਾਹਰ ਜਾਣਾ ਚਾਹੁੰਦੇ ਆ, ਲਾਈਕ ਕੈਨੇਡਾ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਆ, ਸੋ ਉਹਦੀ ਕੀ ਰਿਕੁਆਇਰਮੈਂਟਸ ਨੇ, ਉਹਦਾ ਕੀ ਮਤਲਬ ਪ੍ਰੋਸੈਸ ਆ, ਉਹਦੇ ਬਾਰੇ ਸਾਡੇ ਵਿਊਅਰਸ ਨੂੰ ਜ਼ਰੂਰ ਜਾਣਕਾਰੀ ਦੇਖੋ, ਸਪਾਊਸ ਵੀਜ਼ਾ ਨੂੰ ਲੈ ਕੇ ਨਾ ਬਹੁਤ ਜ਼ਿਆਦਾ ਕਨਫਿਊਜ਼ਨ ਹੈ। ਕਨਫਿਊਜ਼ਨ ਇਹ ਹੈ ਕਿ ਇੱਕ ਪਾਸੇ ਕੰਸਲਟੈਂਟ ਇਹ ਕਹਿ ਰਿਹਾ ਕਿ ਤੁਸੀਂ ਸਟੂਡੈਂਟ ਦੇ ਨਾਲ ਆਪਣਾ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ। ਦੂਸਰੇ ਪਾਸੇ ਕੁਝ ਕੰਸਲਟੈਂਟ ਇਹ ਵੀ ਕਹਿ ਰਹੇ ਕਿ ਤੁਸੀਂ ਸਪਾਊਸ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਟੂਡੈਂਟ ਦੇ ਜਾਣ ਤੋਂ 3 ਮਹੀਨੇ ਬਾਅਦ ਅਪਲਾਈ ਕਰੋ। ਹੁਣ ਇਹ ਵੀ ਇੱਕ ਕਲੀਅਰ ਆਨਸਰ ਹੈ ਕਿ ਜਿਹੜਾ ਬੱਚੇ ਦਾ ਪ੍ਰੋਫਾਈਲ ਹੈ ਉਹ ਡਿਪੈਂਡ ਕਰਦਾ ਸਪਾਊਸ ਦੀ ਪ੍ਰੋਫਾਈਲ ਲਈ। ਫੋਰ ਐਗਜ਼ਾਮਪਲ ਕੋਈ ਬੱਚਾ ਆਲਰੇਡੀ ਉਹਦੀ ਮੈਰਿਜ ਪੁਰਾਣੀ ਹੈ, ਉਹਦੇ ਕੋਲ ਫੰਡਸ ਜੈਨੂਅਨ ਹੈ, ਤਾਂ ਉਹ ਆਪਣਾ ਵੀਜ਼ਾ ਨਾਲ ਵੀ ਅਪਲਾਈ ਕਰ ਸਕਦਾ ਹੈ। ਬਟ ਅਗਰ ਵਿਜ਼ਨ ਗਰੁੱਪ ਦੀ ਗੱਲ ਕਰੋ ਤਾਂ ਅਸੀਂ ਜਿਹੜਾ ਵੀਜ਼ਾ ਅਪਲਾਈ ਕਰ ਰਹੇ ਹਾਂ ਉਹ ਵੀਜ਼ਾ ਸਟੂਡੈਂਟ ਦੇ ਜਾਣ ਤੋਂ ਬਾਅਦ ਹੀ ਅਪਲਾਈ ਕਰਾਂ, ਕਿਉਂਕਿ ਉਹਦੇ ਵੀਜ਼ਾ ਚਾਂਸਿਸ ਬਹੁਤ ਜ਼ਿਆਦਾ ਬੈਟਰ ਹੈ। ਇੱਕ ਤਾਂ ਦੋ ਚੀਜ਼ਾਂ, ਇੱਕ ਤਾਂ ਜਿਹੜਾ ਬੱਚਾ ਕੈਨੇਡਾ ਪਹੁੰਚ ਗਿਆ ਉਹ ਆਪਣੇ ਸਪਾਊਸ ਨੂੰ ਸਪਾਂਸਰਸ਼ਿਪ ਲੈਟਰ ਭੇਜ ਸਕਦਾ ਹੈ। ਉਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਸਪਾਊਸ ਵੀਜ਼ਾ ਲਈ ਬਹੁਤ ਸਾਰੇ ਡਾਕੂਮੈਂਟ ਦੀ ਰਿਕੁਆਇਰਮੈਂਟ ਹੈ ਜੋ ਸਾਨੂੰ ਇਹ ਫੀਲ ਹੁੰਦਾ ਕਿ ਇੰਡੀਆ ਤੋਂ ਅਪਲਾਈ ਨਹੀਂ ਕਰ ਸਕਦੇ। ਜਿਵੇਂ ਕਿ ਉਹਦਾ ਰੈਂਟ ਐਗਰੀਮੈਂਟ ਚਾਹੀਦਾ ਹੈ, ਉਹਦੇ ਕਾਲਜ ਦੀ ਇਨਰੋਲਮੈਂਟ ਲੈਟਰ ਚਾਹੀਦੀ ਹੈ, ਉਹਦੀ ਟ੍ਰਾਂਸਕ੍ਰਿਪਟ ਚਾਹੀਦੀ ਹੈ, ਉਹਦਾ ਕੈਨੇਡਾ ਦੀ ਬੈਂਕ ਸਟੇਟਮੈਂਟ ਚਾਹੀਦੀ ਹੈ। ਇਹ ਸਾਰੀ ਚੀਜ਼ਾਂ ਕਿੱਦਾਂ ਮਿਲਣਗੀਆਂ ਜਦੋਂ ਅਸੀਂ ਕੈਨੇਡਾ ਪਹੁੰਚ ਜਾਵਾਂਗੇ। ਤਾਂ ਜਿਹੜਾ ਸਪਾਊਸ ਦਾ ਵੀਜ਼ਾ ਅਪਲਾਈ ਕਰਨ ਦਾ ਬੈਨੀਫਿਟ ਹੈ ਉਹਨਾਂ ਦੀ ਬੈਨੀਫਿਟ ਹੈ ਜਿਹੜੇ ਬੱਚੇ ਆਲਰੇਡੀ ਕੈਨੇਡਾ ਜਾ ਚੁੱਕੇ ਹੈ, ਆਫਟਰ 2 to 3 ਮੰਥਸ ਬਾਅਦ ਆਪਣੇ ਸਪਾਊਸ ਤੇ ਆਪਣੇ ਕਿਡਸ ਦਾ ਵੀਜ਼ਾ ਅਪਲਾਈ ਕਰਨਗੇ, ਉਹਨਾਂ ਦਾ ਵੀਜ਼ਾ ਬਹੁਤ ਆ ਰਿਹਾ ਹੈ। ਔਰ ਪਿਛਲੇ 6 ਮਹੀਨੇ ਤੋਂ ਸਾਨੂੰ ਲਗਾਤਾਰ ਸਪਾਊਸ ਵੀਜ਼ਾ ਗ੍ਰਾਂਟ ਹੋ ਰਹੇ ਹੈ ਔਰ ਇੱਕ ਵੀ ਸਿੰਗਲ ਐਪਲੀਕੇਸ਼ਨ ਸਾਡੀ ਰਿਫਿਊਜ਼ ਨਹੀਂ ਹੋਈ ਹਾਈ ਕਮਿਸ਼ਨ। ਓਕੇ, ਥੈਂਕ ਯੂ ਸੋ ਮਚ ਸਰ ਸਾਡੇ ਵਿਊਅਰਸ ਨਾਲ ਜਾਣਕਾਰੀ ਸ਼ੇਅਰ ਕਰਨ ਦੇ ਲਈ। ਸੋ ਜੇਕਰ ਤੁਹਾਨੂੰ ਵੀ ਕੋਈ ਡਾਊਟ ਹੈ, ਕਿਉਂਕਿ 10 ਅਗਸਤ ਤੋਂ ਬਾਅਦ ਜਿਹੜੇ ਕੁਝ ਰੂਲਸ ਵਿੱਚ ਚੇਂਜਸ ਹੋ ਰਹੇ ਨੇ ਕੈਨੇਡਾ ਨੂੰ ਲੈ ਕੇ, ਬਹੁਤ ਸਾਰੇ ਕਨਫਿਊਜ਼ਨਸ ਨੇ ਕਿ ਸਟੂਡੈਂਟ ਵੀਜ਼ਾ ਕਿਵੇਂ ਅਪਲਾਈ ਕੀਤਾ ਜਾਵੇ, ਸਪਾਊਸ ਵੀਜ਼ਾ ਕਿਵੇਂ ਅਪਲਾਈ ਕੀਤਾ ਜਾਵੇ, ਬਾਹਰ ਜਾਣਾ ਸੌਖਾ ਹੈ ਜਾਂ ਔਖਾ ਹੋ ਰਿਹਾ, ਇਸ ਬਾਰੇ ਬਹੁਤ ਸਾਰੇ ਡਾਊਟਸ ਨੇ ਜਿਹੜੇ ਤੁਹਾਡੇ ਮਾਈਂਡ ਵਿੱਚ ਚੱਲ ਰਹੇ ਨੇ। ਤਾਂ ਤੁਸੀਂ ਵਿਜ਼ਨ ਗਰੁੱਪ ਦੇ ਵਿੱਚ ਜਾ ਕੇ ਉਹਨਾਂ ਦੀ ਟੀਮ ਨਾਲ, ਮਿਸਟਰ ਹਨੀਸ਼ ਉੱਪਲ ਜੀ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਗਾਈਡੈਂਸ ਦਿੱਤੀ ਜਾਵੇਗੀ, ਦੱਸਿਆ ਜਾਵੇਗਾ ਕਿ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰੋ ਕਿ ਵੀਜ਼ਾ ਤੁਹਾਨੂੰ ਪੱਕਾ ਮਿਲੇ, ਤੁਹਾਡੇ ਹੱਥ ਵਿੱਚ ਮਿਲੇ। ਸੋ ਤੁਸੀਂ ਇਹ ਜਿਹੜੀ ਜੇਕਰ ਕੋਈ ਕੁਐਰੀ ਹੈ ਸਾਡੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਵੀ ਆਪਣਾ ਕੁਐਸਚਨ ਹੈ ਜਿਹੜਾ ਸੈਂਡ ਕਰ ਸਕਦੇ ਹੋ। ਉਸ ਕੁਐਰੀ ਨੂੰ ਜਲਦ ਤੋਂ ਜਲਦ ਕੰਪਲੀਟ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਥੈਂਕ ਯੂ ਸੋ ਮਚ।